ਸਿੰਘ ਸਭਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ। ਤੇ ਗੱਲ ਕਰਾਂਗੇ ਅਸੀਂ ਅਗਨੀਪਥ ਯੋਜਨਾ ਦੇ ਉੱਪਰ, ਜਿਹੜੀ ਕਿ ਪਿਛਲੇ ਦਿਨੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਜਿਹੜੀ ਆ ਕਿ ਉਹਦਾ ਉਦਘਾਟਨ ਕੀਤਾ ਗਿਆ ਸੀਗਾ। ਪਰ ਇਸ ਅਗਨੀਪਥ ਯੋਜਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਚੱਲ ਰਹੀਆਂ ਹਨ ਅਤੇ ਲੋਕਾਂ ਦੇ ਵਿੱਚ ਜਿਹੜੇ ਕਿ ਫੌਜੀ ਸਾਬਕਾ ਫੌਜੀ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਕਿ ਇਹਦੇ ਵਿਰੁੱਧ ਜਿਹੜਾ ਕਿ ਰੋਸ਼ ਪਾਇਆ ਜਾ ਰਿਹਾ। ਅਤੇ ਸਾਡੇ ਨਾਲ ਮੌਜੂਦ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ ਜੀ, ਅਤੇ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਕਿ ਉਹਨਾਂ ਨੇ ਕਿਸ ਤਰ੍ਹਾਂ ਭਾਰਤੀ ਫੌਜ ਵਿੱਚ ਆਪਣੀ ਐਂਟਰੀ ਕੀਤੀ ਸੀ ਅਤੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸਾਰੀ ਭਰਤੀ ਦਾ ਜਿਹੜਾ ਕਿ ਸਿਸਟਮ ਸੀਗਾ ਕਿਸ ਤਰ੍ਹਾਂ ਦਾ ਸੀਗਾ। ਅਤੇ ਪਰ ਜਿਹੜਾ ਹੁਣ ਸਿਸਟਮ ਕੀਤਾ ਗਿਆ ਆ ਅਗਨੀਪਥ ਯੋਜਨਾ ਦੇ ਰਾਹੀਂ ਕਿ 4 ਸਾਲ ਦੀ ਭਰਤੀ ਹੋਏਗੀ ਅਤੇ 4 ਸਾਲ ਬਾਅਦ ਜਿਹੜਾ ਕਿ ਉਹ ਫ੍ਰੀ ਹੋ ਜਾਣਗੇ। ਸੋ ਇਸ ਮਾਮਲੇ ਦੇ ਉੱਪਰ ਅਸੀਂ ਗੱਲਬਾਤ ਕਰਦੇ ਹਾਂ। ਕਾਲੋ ਸਾਹਿਬ, ਆਪ ਜੀ ਨੂੰ ਜੀ ਆਇਆਂ ਨੂੰ ਸਿੰਘ ਸਭਾ ਟੀਵੀ ਦੇ ਉੱਪਰ। ਬਹੁਤ ਬਹੁਤ ਮਿਹਰਬਾਨੀ। ਬੜਾ ਚਰਚਾ ਦੇ ਵਿੱਚ ਹੈ ਮਾਮਲਾ ਕਿ ਅਗਨੀਪਥ ਯੋਜਨਾ ਦੇ ਰਾਹੀਂ ਹੁਣ ਜਿਹੜੀਆਂ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਜਿਹੜੀਆਂ ਕਿ ਉਹਨਾਂ ਨੂੰ 4 ਸਾਲਾਂ ਲਈ ਇੱਕ ਨਿੱਜੀ ਤਰੀਕੇ ਦੇ ਨਾਲ ਕੀਤਾ ਜਾਏਗਾ, ਪ੍ਰਾਈਵੇਟੇਸ਼ਨ ਹੋਣ ਦੀ ਕੀਤੀ ਗਈ। ਜਿਵੇਂ ਕਿ ਅੱਗੇ ਲੰਮਾ ਸਮਾਂ ਜਿਹੜਾ ਘੱਟੋ ਘੱਟ ਵੀ 15-20 ਸਾਲ ਜਿਹੜੀ ਆ ਕਿ ਇੱਕ ਫੌਜੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੁੰਦਾ ਸੀਗਾ, ਪਰ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਗਨੀਪਥ ਦੀ, ਇਹ ਕਿਸ ਤਰ੍ਹਾਂ ਦੀ ਹੈ ਕਿ ਵਾਕਈ ਇਹ ਅਗਨੀ ਦੇ ਉੱਪਰ ਚੱਲਣ ਵਾਲੀ ਗੱਲ ਹੈ? ਇਹ ਜੋ ਸਕੀਮ 14 ਤਰੀਕ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ਮੁਖੀਆਂ ਦੇ ਸਾਹਮਣੇ ਇਹ ਅਨਾਊਂਸਮੈਂਟ ਕੀਤੀ ਹੈ। ਇਹ ਇੱਕ ਨੌਜਵਾਨ ਵਰਗ ਨੂੰ ਬੜਾ ਹੀ ਇੱਕ ਕਿਸਮ ਦਾ ਬਹੁਤ ਚੁਣੌਤੀਆਂ ਭਰਪੂਰ ਦਾ ਸਮਾਂ ਸਾਹਮਣੇ ਆ ਰਿਹਾ, ਕਿਉਂਕਿ ਫੌਜ ਦੇ ਵਿੱਚ ਇਸ ਵੇਲੇ ਪਿਛਲੇ ਲੰਬੇ 3 ਸਾਲਾਂ ਤੋਂ ਫੌਜ ਭਰਤੀ ਬੰਦ ਪਈ ਹੈ ਔਰ ਉਹਦੇ ਬੜਾ ਚਰਚਾ ਹੋ ਰਹੀ ਸੀ, ਪ੍ਰਦਰਸ਼ਨ ਹੋ ਰਹੇ ਸੀ। ਜਿਹੜੇ ਬੱਚੇ ਸਿਲੈਕਟ ਵੀ ਹੋ ਗਏ ਸੀਗੇ ਉਹਨਾਂ ਨੂੰ ਨਹੀਂ ਬੁਲਾਇਆ ਗਿਆ। ਫੌਜ ਦੀਆਂ ਟਰਮਸ ਐਂਡ ਕੰਡੀਸ਼ਨ ਬੜੀਆਂ ਨਿਰਧਾਰਿਤ ਕੀਤੀਆਂ ਜਾ ਚੁੱਕੀਆਂ ਨੇ, ਬੜੇ ਲੰਬੇ ਸਮੇਂ ਚੱਲ ਰਹੀਆਂ ਨੇ। ਇੱਕ ਜਵਾਨ ਜੋ ਭਰਤੀ ਹੁੰਦਾ ਉਹ ਸਿਰਫ ਇੱਕ JCO ਆਨਰਰੀ ਸੁਬਿਧਾ ਮੇਜਰ ਜਾਂ ਕੈਪਟਨ ਤੇ ਕਰ ਨਹੀਂ, ਉਹ ਤੇ ਅਫਸਰ ਹੀ ਬਣ ਸਕਦਾ। ਹੁਣ ਆ ਜਿਹੜੀ 4 ਸਾਲਾਂ ਵਾਸਤੇ ਸਕੀਮ ਹੈ, ਇਹ ਤੇ ਇੱਕ ਕਿਸਮ ਦੀ ਡੰਗ ਟਿਕਾਊ ਇਹ ਰਾਜਨੀਤਿਕ ਇਹਦੀ ਲਾਹਾ ਲੈਣ ਵਾਸਤੇ ਹੈ, ਕਿਉਂਕਿ 4 ਸਾਲਾਂ ਵਾਸਤੇ ਕੀ ਸਿੱਖੇਗਾ? ਕਹਿੰਦੇ ਜੀ 10 ਹਫ਼ਤਿਆਂ ਅਤੇ 6 ਮਹੀਨਿਆਂ ਦੇ ਦਰਮਿਆਨ ਉਹਦੀ ਸਿਖਲਾਈ ਹੋਏਗੀ। ਇੱਕ ਜਿਹੜਾ ਹੁਣ ਇਸ ਵੇਲੇ ਸੈਨਿਕ ਭਰਤੀ ਹੁੰਦਾ, ਇੱਕ ਰਿਕਰੂਟਮੈਂਟ ਟ੍ਰੇਨਿੰਗ 1 ਸਾਲ ਵਾਸਤੇ ਹੁੰਦੀ ਹੈ, ਬੜੀ ਸਖਤ ਸਿਖਲਾਈ ਹੁੰਦੀ ਹੈ। ਉਦੋਂ ਬਾਅਦ ਔਨ ਦੀ ਜੌਬ ਟ੍ਰੇਨਿੰਗ ਜਿਹਨੂੰ ਕਿਹਾ ਜਾਂਦਾ, ਜਦੋਂ ਪਲਟਨ ਚੱਲ ਜਾਂਦਾ ਅਤੇ ਪਲਟਨ ਦੇ ਵਿੱਚ ਉਹਦੀ ਖੂਬ ਕਿੱਤਾ ਭਰਪੂਰ ਸਿਖਲਾਈ ਹੁੰਦੀ ਹੈ। ਜੰਗੀ ਚਾਲਾਂ ਬਾਰੇ ਦੱਸਿਆ ਜਾਂਦਾ, ਕਿੱਦਾਂ ਗਸ਼ਤ ਕਰਨੀ ਹੈ, ਕਿੱਦਾਂ ਉਹ LAC OLIS ਪੈਟਰੋਲਿੰਗ ਕਰਨੀ ਹੈ, ਸਾਰੀਆਂ ਚੀਜ਼ਾਂ ਬਾਰੇ ਉਹਨੂੰ 1 ਸਾਲ ਤੇ ਉਹ ਸਿਖਾਉਣ 'ਚ ਲੱਗ ਜਾਂਦਾ। 1 ਸਾਲ ਕੀ ਬਲਕਿ 2 ਸਾਲ ਉਹਨੂੰ ਕਈ ਕਿਸਮ ਦੀਆਂ ਫਿਰ ਕੋਰਸਿਸ ਵੀ ਕਰਨੇ ਪੈਂਦੇ। ਮੇਰਾ ਮਤਲਬ ਹੈ ਕਿ ਉਹ ਸਿਖਲਾਈ ਅੱਧ ਅਧੂਰੀ ਸਿਖਲਾਈ ਦੇ ਨਾਲ ਇੱਕ ਤੇ ਉਦੋਂ ਬਾਅਦ ਉਹਨਾਂ ਦਾ ਮੁੜ ਵਸੇਬਾ ਬੜਾ ਔਖਾ ਹੈ, ਉਹਨਾਂ ਨੂੰ ਕੋਈ ਪੁੱਛੇਗਾ ਨਹੀਂ। ਔਰ ਫਿਰ 4 ਸਾਲਾਂ ਬਾਅਦ ਧੱਕੇ ਖਾਣਗੇ, ਪੈਕੇਜ ਦੇ ਦਿੱਤਾ 11 ਲੱਖ ਦਾ, ਉਹਦੇ ਨਾਲ ਕੀ ਬੰਦਾ ਬਾਅਦ 'ਚ। ਬ੍ਰਿਗੇਡੀਅਰ ਸਾਹਿਬ, ਵੀ ਜਿਵੇਂ ਕਿ ਗੱਲ ਚੱਲੀ ਆ ਕਿ ਤੁਸੀਂ ਕਿਹਾ ਵੀ 4 ਸਾਲਾਂ 'ਚ ਕੀ ਸਿੱਖੇਗਾ, ਕਿਉਂਕਿ ਸਿਖਲਾਈ ਲੈਣ ਨੂੰ ਵੀ ਵਾਕਈ ਬੜੀ ਗੱਲ ਤੁਹਾਡੀ ਵਾਜਿਬ ਹੈ ਕਿ ਸਿਖਲਾਈ ਲੈਣ ਨੂੰ ਇੱਕ ਲੰਮਾ ਸਮਾਂ ਲੱਗ ਜਾਂਦਾ ਹੈ। ਜਦੋਂ ਤੱਕ ਬੰਦਾ ਤਿਆਰ ਹੁੰਦਾ ਤਦ ਤੱਕ ਉਹਨਾਂ ਦੀ ਰਿਟਾਇਰਮੈਂਟ ਦਾ ਸਮਾਂ ਆ ਜਾਣਾ। ਸੋ ਕੁਝ ਗੱਲ ਇਸ ਤਰ੍ਹਾਂ ਨਹੀਂ ਹੈ ਕਿ ਨੀਮ ਹਕੀਮ ਖਤਰਾ ਹੀ ਜਾਣ ਵਾਲੀ ਹੋ ਰਹੀ ਹੈ। ਇਹ ਬਿਲਕੁਲ ਠੀਕ ਹੈ। ਨੀਮ ਹਕੀਮ ਖਤਰੇ ਵਾਲੀ ਬਾਤ ਇਹ ਹੈ ਕਿ ਆਪਣਾ ਦੇਸ਼, ਸਾਡੀ ਸਰਕਾਰ ਦਾ ਮੁੱਖ ਮਕਸਦ ਇਹ ਹੈ ਕਿ ਇਸ ਵੇਲੇ ਜਿਹੜਾ ਬਜਟ ਪੈਨਸ਼ਨ ਬਜਟ ਬਹੁਤ ਵੱਡਾ ਹੈ, ਬਹੁਤ ਵੱਡਾ ਪੈਕੇਜ ਹੈ, ਤਨਖਾਹ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਪੈਨਸ਼ਨ ਦਿੱਤੀ ਜਾਂਦੀ ਹੈ, ਇਹਨੂੰ ਘੱਟ ਕਰੋ। ਇਸ ਮਕਸਦ ਨਾਲ ਪਹਿਲੋਂ ਜਨਰਲ ਬਿਪਿਨ ਰਾਵਤ ਨੇ ਤਕਰੀਬਨ 2.5-3 ਸਾਲ ਪਹਿਲੋਂ ਇੱਕ ਪਲਾਨ ਟੂਰ ਆਫ ਡਿਊਟੀ ਵਾਲੀ ਕੀਤੀ ਸੀ 3 ਸਾਲਾਂ ਵਾਸਤੇ, ਜਿਹਨੂੰ ਹੁਣ ਬਦਲ ਕੇ ਇਹਨਾਂ 4 ਸਾਲਾਂ ਵਾਸਤੇ ਕਰ ਦਿੱਤਾ। ਅਤੇ ਮੁੱਖ ਮਕਸਦ ਉਦੇਸ਼ ਕਿ ਬਜਟ ਘੱਟ ਕਰਨਾ। ਇਸ ਵੇਲੇ 5.25 ਲੱਖ ਕਰੋੜ ਟੋਟਲ ਬਜਟ ਹੈ, ਜਿਹਦੇ ਵਿੱਚ ਸਿਰਫ ਫੌਜ ਦੇ 14 ਲੱਖ ਦੇ ਕਰੀਬ ਫੌਜੀ ਆਰਮੀ ਨੇਵੀ ਏਅਰ ਫੋਰਸ ਦੇ ਕੇਵਲ ਉਹ ਹੀ ਨਹੀਂ, ਬਲਕਿ ਜਿਹੜੇ ਕਿ ਡਿਪਾਰਟਮੈਂਟ ਆਫ ਜਿਹੜਾ ਸਾਡਾ ਉੱਤੇ ਲੈਵਲ ਦਾ ਹੈਗਾ, ਜਿਹੜਾ ਕਿ ਮਿਨਿਸਟਰੀ ਆਫ ਡਿਫੈਂਸ ਦੇ ਵਿੱਚ ਜਿੰਨੇ ਇੰਪਲਾਈ ਨੇ 7-6 ਲੱਖ ਤੇ ਉਹ ਨੇ, ਉਹ ਤੇ ਸਰਵ ਕਰਦੇ ਨੇ 60 ਸਾਲ ਤੱਕ। ਉਹਨਾਂ ਦੀ ਤਨਖਾਹ ਵੀ ਵੱਧ, ਉਹਨਾਂ ਦੇ ਭੱਤੇ ਵੀ ਵੱਧ, ਉਹਨਾਂ ਦੀ ਪੈਨਸ਼ਨ ਵੀ ਵੱਧ। ਅਤੇ ਸਾਡੇ ਫੌਜੀ 17 ਸਾਲ ਤੋਂ ਬਾਅਦ ਉਹਨਾਂ ਨੂੰ ਕਈ ਚਲੇ ਜਾਂਦੇ ਨੇ, ਪੂਰੀ ਹੋ ਜਾਂਦੀ ਹੈ ਸਰਵਿਸ ਕੰਡੀਸ਼ਨ, ਅਤੇ ਉਹਨਾਂ ਦੀ ਤਾਂ ਪਹਿਲਾਂ ਹੀ ਪੈਨਸ਼ਨ ਵੀ ਘੱਟ ਹੈ, ਉਹ ਮੁੜ ਵਸੇਬਾ ਹੈ ਨਹੀਂ, ਅਤੇ ਉਹ ਧੱਕੇ ਨਸੀਬ ਹੁੰਦੇ ਨੇ, ਕੋਈ ਇੱਜ਼ਤ ਮਾਨ ਨਹੀਂ। ਇਸ ਵਾਸਤੇ ਇਹ ਸਕੀਮ ਜਿਹੜੀ ਹੈ ਨਾ, ਇਹ
ਸਿਰਫ ਟੈਂਪਰੇਰੀ ਆਰਜ਼ੀ ਤੌਰ ਤੇ ਇੱਕ ਉਹਨਾਂ ਨੂੰ ਕਿਸਮ ਦੀ ਬੇਰੁਜ਼ਗਾਰੀ ਦੇ ਪੱਖੋਂ ਥੋੜ੍ਹੀ ਜਿਹੀ ਉਹਨਾਂ ਨੂੰ ਸਹੂਲਤ ਮਿਲੇਗੀ, ਬਾਕੀ ਕੌਮੀ ਸੁਰੱਖਿਆ ਨੂੰ ਪ੍ਰਭਾਵਿਤ ਕਰੇਗੀ। ਕਿਉਂਕਿ ਇਹਨਾਂ ਵਿੱਚੋਂ ਜੇ ਮੇਜਰ ਸਿੰਘ ਜੀ 25% ਲੈਣੇ ਨੇ 4 ਸਾਲਾਂ ਬਾਅਦ ਉਹਨਾਂ ਦੀ ਦੁਬਾਰਾ ਭਰਤੀ ਹੋਏਗੀ। ਇੱਦਾਂ ਤੇ ਹਰ ਸਾਲ ਜੇ 25 ਸਾਲ 60,000 ਦੇ ਕਰੀਬ ਤੇ ਹਰ ਸਾਲ ਪੈਨਸ਼ਨ ਆਉਂਦੇ ਨੇ, ਤੇ ਜੇ 40,000 ਲੈ ਵੀ ਲੈਣਗੇ ਤਾਂ ਘਾਟਾ ਤਾਂ ਵੱਧਦਾ ਜਾਣਾ। ਤੇ ਬਾਰਡਰ ਦੇ ਚੁਣੌਤੀਆਂ ਵੱਧ ਨੇ। ਇਹ ਅਗਲੀ ਜੰਗ ਕਿਤੇ ਇਹ ਬਹੁਪੱਖੀ ਜੰਗ ਹੋਏਗੀ। ਉਹ ਦੋਵੇਂ ਮੁਲਕ ਰਲ ਕੇ ਜੰਗ ਲੜਨਗੇ, ਪਾਕਿਸਤਾਨ ਵੀ ਤੇ ਚਾਈਨਾ ਵੀ। ਔਰ ਚਾਈਨਾ ਤੇ ਇਸ ਵੇਲੇ ਘੇਰਾਬੰਦੀ 'ਚ ਲੱਗਿਆ ਹੋਇਆ, ਤੇ ਜੇ ਸਾਡੀ ਫੌਜ ਹੀ ਘੱਟ ਹੈ, ਜੇ ਸਾਡੀ ਸਮਰੱਥਾ ਹੀ ਨਹੀਂ ਹੈਗੀ, ਤੇ ਜੇ ਸਿਰਫ 4 ਸਾਲਾਂ ਬਾਅਦ ਤੋੜਤਾ ਤੇ ਬਾਕੀ ਕਰਤੇ, ਤੇ ਇਹਦਾ ਮਤਲਬ ਕਿ 10-15 ਸਾਲਾਂ 'ਚ ਤੇ ਇਹ ਟੈਂਪਰੇਰੀ ਆਰਜ਼ੀ ਫੌਜ ਰਹਿ ਜਾਏਗੀ। ਬ੍ਰਿਗੇਡੀਅਰ ਸਾਹਿਬ ਵੀ ਇੱਕ ਬੜਾ ਵੱਡਾ ਸਵਾਲ ਹੈ, ਕਿਉਂਕਿ ਤੁਸੀਂ ਇੱਕ ਫੌਜੀ ਰਹੇ ਹੋ, ਤੁਸੀਂ ਤੋਪਖਾਨਾ ਵੀ ਸੰਭਾਲਿਆ। ਮੈਂ ਇੱਥੇ ਇਹ ਪੁੱਛਣਾ ਚਾਹੁੰਦਾ ਹਾਂ ਕਿ ਦਰਸ਼ਕ ਵੀ ਗੱਲ ਜਾਣਨੀ ਜ਼ਰੂਰ ਚਾਹੁੰਦੇ ਨੇ, ਜਦੋਂ ਕੋਈ ਵੀ ਭਰਤੀ ਹੁੰਦੀ ਆ, ਫੌਜੀ ਪ੍ਰਕਿਰਿਆ ਵੀ ਜਾਂਦੀ ਹੈ, ਅਤੇ ਇੱਕ ਪੰਜਾਬ ਦੇ ਨੌਜਵਾਨਾਂ 'ਚ ਬੜਾ ਜੋਸ਼ ਦੇਖਿਆ ਜਾਂਦਾ ਸੀ। ਅਤੇ ਉਦੋਂ ਕਿੱਦਾਂ ਦਾ ਮਾਹੌਲ ਸੀ ਜਦੋਂ ਤੁਸੀਂ ਜੇ ਫੌਜ ਦੇ ਵਿੱਚ ਭਰਤੀ ਹੋਣ ਗਏ ਸੀਗੇ, ਅਤੇ ਤੁਹਾਡੀ ਉਮਰ ਕਿੰਨੀ ਸੀ, ਅਤੇ ਕਿਸ ਤਰ੍ਹਾਂ ਦਾ ਤੁਹਾਡੇ ਦਿਲ ਦੇ ਵਿੱਚ ਸਕੂਨ ਸੀਗਾ, ਕਿਸ ਤਰ੍ਹਾਂ ਦਾ ਜੋਸ਼ ਸੀਗਾ ਤੁਹਾਡੇ 'ਚ? ਮੈਂ ਉਸ ਵੇਲੇ ਕਾਲਜ ਪੜ੍ਹਦਾ ਸੀ, ਸਿੱਖ ਨੈਸ਼ਨਲ ਕਾਲਜ ਕਾਦੀਆਂ, ਅਤੇ ਮੈਂ ਫਿਰ ਭਰਤੀ ਹੋਣ ਦਾ ਮੈਨੂੰ ਬੜਾ ਸ਼ੌਕ ਸੀ, ਅਤੇ ਮੈਂ NCC ਰੱਖ ਲਈ ਆਪਣੇ BA ਦੇ ਵਿੱਚ। ਸਾਇੰਸ ਛੱਡ ਕੇ ਅਤੇ ਮੈਂ ਬਾਕੀ ਸਬਜੈਕਟ ਦੇ ਨਾਲ ਇਕਨੋਮਿਕਸ, ਅੰਗਰੇਜ਼ੀ ਅਤੇ ਬਾਕੀ ਹਿਸਟਰੀ ਦੇ ਨਾਲ ਇੱਕ NCC ਆਪਸ਼ਨਲ ਸਬਜੈਕਟ ਲੈ ਲਿਆ, ਅਤੇ ਮੈਂ NCC ਦਾ C ਸਰਟੀਫਿਕੇਟ ਹਾਸਲ ਕੀਤਾ। ਅਤੇ ਉਹਦੇ ਜ਼ਰੀਏ 20.5 ਸਾਲ ਟ੍ਰੇਨਿੰਗ ਤੋਂ ਬਾਅਦ ਮੈਂ ਕਮਿਸ਼ਨ ਲਈ ਇੱਕ ਫੁੱਲ ਲੱਗਿਆ, ਔਰ ਉਦੋਂ ਬਾਅਦ ਚੱਲਦੇ ਕਈ ਕਿਸਮ ਦੇ ਕੋਰਸਿਸ ਕਰਨੇ ਪਏ, ਟੈਕਨੀਕਲ, ਹਾਈਲੀ ਇਹੋ ਜਿਹੇ ਕੋਰਸ ਜਿਹੜੇ ਕਿ ਮੈਂ ਕਾਲਜ 'ਚ ਮੈਂ ਸਮਝਦਾ ਸੀ ਕਿ ਥੀਟਾ ਬੀਟਾ ਮੈਨੂੰ ਪੜ੍ਹਨਾ ਔਖਾ ਲੱਗ ਰਿਹਾ ਸਾਇੰਸ, ਉਹ ਮੈਨੂੰ ਉੱਥੇ ਜਾ ਕੇ ਪੜ੍ਹਨੇ ਪਏ। ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਕਿ ਮੈਂ ਜਿਹੜੀ ਪਲਟਨਾਂ ਵੀ ਮੈਨੂੰ ਮਿਲਦੀਆਂ ਰਹੀਆਂ, ਔਰ ਇੱਥੋਂ ਤੱਕ ਕਿ ਮਲਟੀ ਬੈਰਲ ਤੇ ਕਰੀ ਮੈਨੂੰ ਕਮਾਂਡ ਕਰਨ ਦਾ ਮੌਕਾ ਮਿਲਿਆ। ਮਲਟੀ ਬੈਰਲ ਰਾਕਟ ਲਾਂਚਰ, ਜਿਹਦੇ 'ਚ 30 ਸਕਿੰਟਾਂ ਦੇ ਵਿੱਚ 40 ਬੰਦੂਕੇ, 6 ਫੁੱਟ 6 ਮੀਟਰ ਲੰਬੇ ਰਾਕਟ ਲਾਂਚ ਕੀਤੇ ਜਾ ਸਕਦੇ, ਉਹੀ ਟੈਕਨੀਕਲ ਤੌਰ 'ਤੇ। ਅਤੇ ਜੇ ਟ੍ਰੇਨਿੰਗ ਹੀ ਨਾ ਹੁੰਦੀ, ਜੇ ਇਹੋ ਜਿਹੇ ਕੋਰਸਿਸ ਨਾ ਹੁੰਦੇ, ਅਤੇ ਕਿੱਥੋਂ ਸਿਖਲਾਈ ਹੋ ਜਾਣੀ ਸੀ, ਅਤੇ ਕਿੱਥੋਂ ਪੂਰੀਆਂ ਹੋ ਜਾਣੀਆਂ ਸਨ। ਅਤੇ ਜੰਗ ਵੀ ਲੜਨ ਦਾ ਮੌਕਾ ਮਿਲਿਆ। ਮਗਰ ਉਹ ਬਹਾਦਰ ਜਵਾਨ ਜਿਨ੍ਹਾਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਜੰਗ ਲੜੀ, ਅੱਜ ਉਹ ਸਾਥੋਂ ਉਮੀਦ ਕਰਦੇ ਨੇ ਕਿ ਸਾਨੂੰ ਵੀ ਅਗਲਾ ਰਸਤਾ ਉਸ ਪਾਸੇ, ਜਿਹੜੇ ਉਹਨਾਂ ਦੇ ਬੱਚੇ ਨੇ ਉਸ ਪਾਸੇ ਤੋਰਿਆ ਜਾਵੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾਏ। ਉਹਨਾਂ ਨੂੰ ਮੋਟੀਵੇਟ ਕੌਣ ਕਰੇਗਾ? ਉਹਨਾਂ ਨੂੰ ਕੌਣ ਉਜਾਗਰ ਕਰੇਗਾ ਉਹਨਾਂ ਦੀਆਂ ਭਾਵਨਾ? ਉਹਨਾਂ ਨੂੰ ਰੈਜੀਮੈਂਟਲ ਸਪਿਰਿਟ ਬਾਰੇ ਕੌਣ ਬਤਾਏਗਾ ਜੇ ਕੋਈ ਰਿਹਾ ਹੀ ਨਾ? ਇਹ ਸਿਰਫ 4 ਸਾਲਾਂ ਦੇ ਵਿੱਚ ਕੋਈ ਨਹੀਂ ਸਿੱਖ ਸਕਦਾ ਕਿ ਉਹਦੇ ਰਸਮੇ ਰਿਵਾਜ ਕੀ ਨੇ, ਉਹਨਾਂ ਦੀਆਂ ਕੀ ਉਪਲਬਧੀਆਂ ਨੇ ਉਹਨਾਂ ਦੀਆਂ ਪਲਟਨ ਦੀਆਂ। ਉਹ ਮਰ ਮਿਟਣ ਵਾਲਾ ਜਜ਼ਬਾ ਜੇਕਰ ਕੋਈ ਪੈਦਾ ਕਰਨਾ ਹੈ, ਅਤੇ ਉਹ ਮੇਜਰ ਮੇਘ ਸਿੰਘ ਵਾਂਗੂ ਪ੍ਰਦਰਸ਼ਨ ਕਰਨਾ ਪਏਗਾ। ਉਹਦੀ ਮੈਂ ਗੱਲ ਦੱਸਣਾ ਚਾਹੁੰਦਾ ਮੇਜਰ ਸਿੰਘ ਜੀ, ਸੰਨ 65 ਦੀ ਗੱਲ ਹੈ। ਜਨਰਲ ਹਰਬਖਸ਼ ਸਿੰਘ ਆਰਮੀ ਕਮਾਂਡਰ ਕੋਲ ਮੇਜਰ ਮੇਘ ਸਿੰਘ ਨੇ ਪਹਿਲਾਂ ਪੇਪਰ ਪੁੱਟ ਅਪ ਕਰਤੇ ਸੀ। ਉਹ ਕਹਿੰਦਾ ਸੀ ਮੈਂ ਘਰ ਚਲੇ ਜਾਣਾ। ਜਦੋਂ ਉਹਨੇ ਦੇਖਿਆ ਕਿ ਆਹ ਗੱਲ ਹੋ ਗਈ, ਦੇਸ਼ 'ਤੇ ਆਫਤ ਆ ਗਈ, ਇਹ ਕੌਮੀ ਜਜ਼ਬੇ ਦੀ ਗੱਲ ਕਰ ਰਹੇ ਹਾਂ, ਕੌਮੀ ਸੁਰੱਖਿਆ ਦੀ ਗੱਲ ਕਰਦੇ ਹਾਂ, ਜਨਰਲ ਹਰਬਖਸ਼ ਸਿੰਘ ਕੋਲ ਗਿਆ, ਕਹਿੰਦਾ ਮੈਂ ਵਰਲਡ ਵਾਰ 2 'ਚ ਬਹੁਤ ਸਾਹਸੀ ਕਾਰਨਾਮੇ ਕਰਕੇ ਦਿਖਾਏ ਨੇ, ਮੈਨੂੰ ਮੌਕਾ ਦਿਓ। ਉਹਨੇ ਕਿਹਾ ਜਾ ਆਪਣੀ ਮਨਪਸੰਦ ਦੇ ਲੈ ਲੈ। ਉਹ ਰਾਜਸਥਾਨ ਦਾ ਰਹਿਣ ਵਾਲਾ ਸੀ। ਉਹਨੇ ਰਾਜਪੂਤਾਨਾ ਰਾਈਫਲ ਤੇ ਰਾਜ ਰਾਈਫਲ ਉਸੇ 'ਚ ਨੌਕਰੀ ਕੀਤੀ ਸੀ। ਉਹਨੇ ਗਿਣੇ ਚੁਣੇ ਸ਼੍ਰੀਨਗਰ ਤੋਂ ਆਪਣੀ ਫੌਜ ਤਿਆਰ ਕੀਤੀ। 7 ਕਿਲੋਮੀਟਰ ਤੱਕ ਉਹਨੇ POK ਦੇ ਵਿੱਚ ਘੁਸਪੈਠ ਕਰਕੇ 6-7 ਦਿਨਾਂ ਵਿੱਚ ਉਹਨਾਂ ਨੇ ਪੋਲ ਉਡਾ ਤੇ ਪਾਕਿਸਤਾਨ ਦੀ ਧੱਜੀਆਂ ਉਡਾਤੀਆਂ। ਔਰ ਉਸ ਤੋਂ ਬਾਅਦ ਜਨਰਲ ਸਾਹਿਬ ਨੇ ਕਿਹਾ ਸੀ ਕਿ ਜੇ ਤੂੰ ਕਰੇਗਾ, ਤੇਰੇ ਪਿਛਲੇ ਜੇ ਕੋਈ ਗੱਲਬਾਤ ਹੋਈ ਹੈ, ਤੂੰ ਮੇਜਰ ਹੈ, ਤੈਨੂੰ ਲੈਫਟੀਨੈਂਟ ਕਰਨਲ ਦਾ ਅਹੁਦਾ ਦਿੱਤਾ ਜਾਏਗਾ। ਉਹਨੂੰ ਸ਼੍ਰੀਨਗਰ ਉਹਦੇ ਕੰਧੇ 'ਤੇ ਲੈਫਟੀਨੈਂਟ ਕਰਨਲ ਲਗਾਇਆ। ਜਦੋਂ ਕਰਕੇ ਆਇਆ, ਰਾਸ਼ਟਰਪਤੀ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ। ਇਸ ਕਿਸਮ ਦਾ ਜਜ਼ਬਾ ਰੈਜੀਮੈਂਟਲ ਸਪਿਰਿਟ ਪੈਦਾ ਕਰਦੀ ਹੈ। ਇਹ ਹੁਣ ਮਿਕਸ ਕਰਦੇ ਹੋ ਰੈਜੀਮੈਂਟਾਂ, ਇਹ ਕਹਿੰਦੇ ਨੇ ਤੇ ਜੰਗੀ ਨਾਰੇ ਲਾਉਣ ਕੌਣ ਲਾਏਗਾ? ਇਹ ਲਾਉਂਦੇ ਨੇ ਜਾ ਕੇ ਜਦੋਂ ਉੱਥੇ ਲੇਹ ਲਦਾਖ ਪਹੁੰਚ ਜਾਂਦੇ ਨੇ, ਫਿਰ ਤੇ ਉਹ ਜੰਗੀ ਨਾਰੇ ਲਾਉਂਦੇ ਨੇ ਉਸ ਪਲਟਨ ਦੇ, ਭਾਵੇਂ ਗੋਰਖਾ ਹੋਏ ਤੇ ਭਾਵੇਂ ਡੋਗਰਾ ਹੋਏ। ਜੈ ਮਾਤਾ ਦੀ ਦਾ ਜੈ ਵੀ ਕਰਦੇ ਨੇ, ਜੈ ਦੁਰਗੇ ਮਾਤਾ ਦੀ ਵੀ ਬੋਲੇ ਸੋਹਣੇ ਸਤਿ ਸ਼੍ਰੀ ਅਕਾਲ ਕਰਦੇ ਨੇ। ਸਿਰਫ ਦਿਖਾਵਾ ਹੈ। ਵੈਸੇ ਇਹ ਜਿਹੜੀ ਸਕੀਮ ਇਹ ਫਲॉप ਹੈ। ਬ੍ਰਿਗੇਡੀਅਰ ਸਾਹਿਬ, ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਿਆ ਸੀ ਕਿ ਜਦੋਂ ਤੁਸੀਂ ਫੌਜ ਵਿੱਚ ਭਰਤੀ ਹੋਣ ਲਈ ਤਿਆਰੀ ਕਰ ਰਹੇ ਸੀ ਜਾਂ ਫੌਜ ਵਿੱਚ ਭਰਤੀ ਹੋਣ ਲੱਗੇ ਸੀਗੇ, ਉਸ ਟਾਈਮ ਮਾਹੌਲ ਤੁਹਾਡੇ ਪਰਿਵਾਰ 'ਚ ਕਿਸ ਤਰ੍ਹਾਂ, ਅਤੇ ਤੁਹਾਡੇ ਅੰਦਰ ਜੋਸ਼ ਤੇ ਜੋ ਕਿਸ ਤਰ੍ਹਾਂ ਦਾ? ਮੇਰੇ 2 ਚਾਚਾ ਜੀ ਉਹ ਵਰਲਡ ਵਾਰ 2 'ਚ ਸੇਵਾ ਕਰ ਚੁੱਕੇ ਸੀ ਹੇਠਲੇ ਰੈਂਕ 'ਚ। ਮੈਨੂੰ ਉਹਨਾਂ ਵੱਲੋਂ ਬੜੀ ਮੋਟੀਵੇਸ਼ਨ ਮਿਲਦੀ ਸੀ। ਜਾਂ ਜਿਹੜੇ ਫੌਜ 'ਚ ਛੁੱਟੀ ਆਉਂਦੇ ਸੀ ਜਾਂ ਮਿਲਦੇ ਸੀ, ਅਤੇ ਉਹ ਦੱਸਦੇ ਸੀਗੇ ਫੌਜ ਦੇ ਬਾਰੇ,
ਤੇ ਫਿਰ ਮੈਂ ਆਪਣਾ ਮਨ ਬਣਾ ਲਿਆ, ਕਿਉਂਕਿ ਮੈਨੂੰ ਜਦੋਂ ਵਰਲਡ ਵਾਰ 2 ਦੇ ਅੰਦਰ ਜਿਸ ਤਰੀਕੇ ਦੇ ਨਾਲ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਹੋਇਆਂ, ਜਿਸ ਤਰੀਕੇ ਨਾਲ ਮੇਰੇ ਦੋਵੇਂ ਅੰਕਲ ਚਾਚਾ ਜੀ ਸਕੇ ਚਾਚਾ ਜੀ, ਮੇਰੇ ਫਾਦਰ ਤੇ ਸਿਵਲ ਸਰਵਿਸ ਸਨ, ਤੇ ਉਹਨਾਂ ਨੇ ਇਹ ਕੁਝ ਕੀਤਾ ਤੇ ਮੋਟੀਵੇਸ਼ਨ ਪੈਦਾ ਦਿਲ 'ਚ ਕਿ ਅਸੀਂ ਵੀ, ਮੈਂ ਵੀ ਦੇਸ਼ ਦੀ ਖਾਤਰ ਕੁਝ ਕਰਕੇ ਦਿਖਾਣਾ ਹੈ। ਉਹ ਜਜ਼ਬਾ ਸੀ, ਦੇਸ਼ ਪ੍ਰਤੀ ਭਾਵਨਾ, ਰਾਸ਼ਟਰਵਾਦੀ ਵਾਲੀ ਭਾਵਨਾ, ਉਹ ਹੁਣ ਕਿੱਥੇ ਰਹੇਗੀ? ਕਿ ਉਹ ਜੇਕਰ ਉਹ ਉਸ ਦੱਸਣ ਵਾਲਾ ਕੋਈ ਗਾਈਡ ਕਰਨ ਵਾਲਾ, ਪੰਜਾਬ ਹਿਮਾਚਲ ਹਰਿਆਣਾ ਅਨਡਿਵਾਈਡਡ ਪੰਜਾਬ, ਜਦੋਂ ਵੀ ਜੁਰਮਾਨੇ ਆਏ ਬਾਹਰ ਦੇ ਮੁਲਕਾਂ ਵੱਲੋਂ ਸਭ ਤੋਂ ਜ਼ਿਆਦਾ ਮੁਕਾਬਲਾ ਇਹਨਾਂ ਨੇ ਕੀਤਾ, ਸ਼ਹਾਦਤਾਂ ਇਹਨਾਂ ਨੇ ਦਿੱਤੀਆਂ। ਜੇ ਆਜ਼ਾਦੀ ਹਾਸਲ ਕੀਤੀ, ਜੇ ਫੌਜ ਦਾ ਵੀ ਯੋਗਦਾਨ ਸੀ, ਆਜ਼ਾਦੀ ਬਰਕਰਾਰ ਰੱਖਣ ਲਈ ਫੌਜ ਨੇ ਬਹੁਤ ਵੱਡਾ ਯੋਗਦਾਨ ਪਾਇਆ। ਅੱਜ ਇਹਨਾਂ ਦੇ ਹੀ ਅੱਗੋਂ ਉੱਤਰਾਧਿਕਾਰੀਆਂ, ਇਹਨਾਂ ਦੇ ਜਵਾਨਾਂ ਨੂੰ ਅੱਜ ਅਣਗੌਲਿਆ ਕੀਤਾ ਜਾ ਰਿਹਾ, ਜਿਹੜੇ ਕਿ ਫੌਜ ਦੇ ਫਿੱਟ ਨੇ ਬਿਲਕੁਲ, ਅੱਜ ਉਹ ਖੁਦਕੁਸ਼ੀਆਂ ਵੱਲ ਜਾ ਰਹੇ ਨੇ। ਅੱਜ ਤੇ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ, ਇੱਥੋਂ ਤੱਕ ਕਰਕੇ ਬਿਹਾਰ ਦੇ ਵਿੱਚ ਬੀਜੇਪੀ ਦੇ ਦਫ਼ਤਰਾਂ 'ਤੇ ਹਮਲੇ ਹੋ ਰਹੇ ਨੇ, ਅੱਜ ਜਿਹੜੀਆਂ ਖਬਰਾਂ ਹੁਣ ਆ ਰਹੀਆਂ ਨੇ। ਤੇ ਇਹਦਾ ਮਤਲਬ ਹੈ ਕਿ ਕਿੰਨਾ ਕੁ ਤੁਸੀਂ ਇਹ ਦੇਖੋ ਕਿ ਇਹਦਾ ਕਿੰਨਾ ਕੁ ਵੱਡਾ ਵਿਰੋਧ ਹੋ ਚੁੱਕਿਆ। ਇੰਨਾ ਵੱਡਾ ਵਿਰੋਧ, ਮੈਂ ਕਿਸੇ ਵੀ ਜਦੋਂ ਬਦਲਾਅ ਹੁੰਦਾ ਤਾਂ ਠੀਕ ਹੈ, ਵਿਰੋਧ ਹੁੰਦਾ ਹਰ ਦਾ, ਉਹਦੀਆਂ ਕੋਈ ਹਾਂ ਪੱਖੀ ਵੀ ਹੁੰਦੇ ਨੇ, ਕੋਈ ਨਾ ਪੱਖੀ ਹੁੰਦੇ ਨੇ, ਪਰ ਇੱਥੇ ਤੇ 99% ਨਾ ਪੱਖੀ ਚੱਲਿਆ ਕੰਮ। ਜਰਨੈਲ ਵੀ ਬੜੇ ਜਿਹੜੇ ਰਿਟਾਇਰ ਹੋ ਗਏ ਨੇ, ਜਿਹੜੇ ਸਰਵਿਸ ਨੇ, ਉਹਨਾਂ ਦੇ ਵਿਚਾਰਿਆਂ ਨੂੰ ਉਹੀ ਭਾਸ਼ਾ ਬੋਲਣੀ ਹੈ। ਜਾਣੀ ਕਿ ਪੂਰੀ ਨਿਰਾਸ਼ਤਾ ਆ ਰਹੀ ਹੈ, ਇੱਕ ਨਿਰਾਸ਼ਤਾ ਦੇ ਵੀ ਆਲਮ ਦੇ ਵਿੱਚ, ਜਿਹੜਾ ਕਿ ਸਿੱਖ, ਜਿਹੜਾ ਕਿ ਫੌਜੀ ਭਾਈਚਾਰਾ ਹੈ, ਉਹ ਪੂਰਾ ਆਲਮ ਨਿਰਾਸ਼ਤਾ ਦੇ ਆਲਮ ਦੇ ਵਿੱਚ। ਫੌਜੀ ਭਾਈਚਾਰਾ ਜਿਹੜਾ ਇਸ ਵੇਲੇ ਜਿਹਨੇ ਰਿਟਾਇਰ ਵੀ ਹੋਣਾ, ਉਹ ਵੀ ਇਸ ਵੇਲੇ ਬੜੀ ਡਾਮਾਡੋਲ ਸਥਿਤੀ 'ਚ ਨੇ ਕਿ ਉਦੋਂ ਬਾਅਦ ਉਹਨਾਂ ਨੂੰ ਕੋਈ ਮੁੜ ਵਸੇਬੇ ਦੇ ਸਾਧਨ ਨਹੀਂ। 17 ਸਾਲ 30-35 ਸਾਲ ਦੀ ਉਮਰ 'ਚ ਜਿਹਨੇ ਆਏ ਨੇ, ਉਹਨੂੰ ਜਾਂ ਤੇ ਕੋਈ ਸ਼ੋਰਟ ਜੌਬ ਮਿਲੇ, ਜਿਹੜੇ ਹੁਣ ਇਹਨਾਂ ਨੇ ਭਰਤੀ ਕਰਨੇ ਨੇ, ਠੀਕ ਹੈ ਰੁਜ਼ਗਾਰ ਮਿਲੇਗਾ, ਪਰ ਉਦੋਂ ਬਾਅਦ ਇਹਨਾਂ ਦਾ ਕੀ ਹੋਏਗਾ? ਉਹਨਾਂ ਨੂੰ ਕਿਤੇ, ਉਹਨਾਂ ਨੂੰ CRP ਪੈਰਾਮਿਲਟਰੀ ਫੋਰਸ ਕਿਤੇ ਨਾ ਕਿਤੇ ਭੇਜਿਆ ਜਾਵੇ, ਕਿਤੇ ਸ਼ੋਰਟ ਜੌਬ ਦਿੱਤੀ ਜਾਏ, ਤਾਂ ਤੇ ਗੱਲ ਬਣਦੀ ਹੈ। ਉਹ ਘੱਟੋ ਘੱਟ 10 ਸਾਲ ਤੱਕ ਕਿਤੇ ਰੱਖਣ, ਫਿਰ ਜਾ ਕੇ ਇਹਨਾਂ ਦਾ ਮਤਲਬ 15 ਸਾਲ ਤੋਂ ਘੱਟ ਕਰ ਦਿਓ, ਪੈਨਸ਼ਨ ਨਾ ਦੇਣੀ ਪਏ। ਦੇਸ਼ ਦੀ, ਅਗਰ ਦੇਸ਼ ਖੁਸ਼ਹਾਲ ਹੋਣਾ ਹੈ ਤਾਂ ਦੇਸ਼ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ, ਤਾਂ ਹੀ GDP ਵਧੇਗੀ। ਅਗਰ ਦੇਸ਼ ਦੀ ਸੁਰੱਖਿਆ, ਸਰਹੱਦਾਂ 'ਤੇ ਖਤਰਾ ਬਰਕਰਾਰ ਰਹੇਗਾ, ਤੇ ਫਿਰ ਦੇਸ਼ ਦੀ ਬਹੁਤ ਵੱਡੀਆਂ ਚੁਣੌਤੀਆਂ ਨੇ, ਫਿਰ ਵਿਕਾਸ ਕਿਵੇਂ ਸੰਭਵ ਹੋਏਗਾ? ਬ੍ਰਿਗੇਡੀਅਰ ਸਾਹਿਬ, ਇਹਨਾਂ ਨੇ ਉਮਰ ਜਿਹੜੀ ਰੱਖੀ ਹੈ ਕਿ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਰੱਖੀ ਹੈ, ਕੀ ਇਹ ਵਾਜਿਬ ਹੈ ਇੰਨੀ ਉਮਰ ਦੇ ਵਿੱਚ ਹੀ? ਤੇ ਉਸ ਤੋਂ ਬਾਅਦ ਸਮਾਂ ਜਿਹੜਾ ਅੱਗੇ, ਉਹ ਸਿਰਫ 4 ਸਾਲ ਦਾ। ਉਹ ਬਿਲਕੁਲ ਦੇਖੋ, ਇਹ ਤੇ ਸਿਰਫ ਮੈਟ੍ਰਿਕ ਪਾਸ ਕਰਨ ਵਾਲਿਆਂ ਵਾਸਤੇ, ਤੇ ਉਹ ਨੌਜਵਾਨਾਂ ਨੂੰ ਕਹਿੰਦੇ ਨੇ ਕਿ ਰਾਸ਼ਟਰਵਾਦੀ ਭਾਵਨਾ ਪੈਦਾ ਕਰਨ ਵਾਸਤੇ, ਤੇ ਇਹਨਾਂ ਦੀ ਸਿਲੈਕਸ਼ਨ ਹੋਏਗੀ। ਪਰ ਇਹ ਇਸ ਉਮਰ ਦੇ ਵਿੱਚ ਤੇ ਉਹਨੇ ਤੇ ਹਾਲੇ ਗ੍ਰੈਜੂਏਸ਼ਨ ਤੇ ਕਰ ਜਾਣਾ। ਜੇਕਰ ਅੱਜ ਕੱਲ੍ਹ ਘੱਟੋ ਘੱਟ ਮਿਨੀਮਮ ਗ੍ਰੈਜੂਏਸ਼ਨ ਚਾਹੀਦੀ ਹੈ। ਉਹ ਹੈਗੇ ਨੇ ਅਫਸਰਾਂ ਵਾਸਤੇ, ਉਹ ਇੰਡੀਅਨ ਮਿਲਟਰੀ ਅਕੈਡਮੀ CDS ਐਗਜ਼ਾਮੀਨੇਸ਼ਨ ਹੈਗੇ ਨੇ, ਮਗਰ ਇਹ ਥੋੜ੍ਹੇ ਸਮੇਂ ਇਸ ਉਮਰ ਦੇ ਵਿੱਚ ਕਰਕੇ, ਤੇ ਫਿਰ ਉਦੋਂ ਬਾਅਦ ਕੀ ਹੋਏਗਾ? ਫਿਰ ਤਾਂ ਉਹ ਵੱਡੀ ਸਮੱਸਿਆ ਤੇ ਆਏ। ਅੱਛਾ, ਇਸ ਤੋਂ ਬਾਅਦ ਇਹ ਵੀ ਗੱਲ ਬੜੀ ਮਹੱਤਵ ਰੱਖਦੀ ਹੈ ਕਿ ਜਿਹੜੀ ਇਹ ਅਗਨੀਪਥ ਯੋਜਨਾ ਦੇ ਤਹਿਤ ਕਿਹੜੇ ਸੂਬਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿ ਭਰਤੀ ਕਰਨਗੇ, ਤੇ ਪੰਜਾਬ ਦੇ ਵਿੱਚ ਪੰਜਾਬ ਦਾ ਉੱਥੇ ਕੀ ਜਿਹੜਾ ਕਿ ਉਹ ਕਹਿੰਦੇ ਨੇ ਕਿ ਅਸੀਂ ਕਿਸੇ ਨੂੰ ਹੁਣ ਉਹ ਜਿਹੜਾ ਰੈਜੀਮੈਂਟ ਤੌਰ ਤੇ ਰੈਜੀਮੈਂਟਲ ਸੈਂਟਰ 'ਚ ਵੀ ਭਰਤੀ ਹੁੰਦੀ ਸੀ, ਉਹ ਬੰਦ ਹੋ ਜਾਏਗੀ, ਤੇ ਇਹ ਆਲ ਇੰਡੀਆ ਬੇਸਿਸ 'ਤੇ ਹੋਏਗੀ। ਜਿਹੜਾ ਕਾਬਲ ਹੋਏਗਾ, ਜਿੱਥੋਂ ਦੀ ਸਟੇਟ ਦਾ ਹੋਏਗਾ, ਭਾਵੇਂ ਮਹਾਰਾਸ਼ਟਰ ਦਾ ਹੋਵੇ, ਭਾਵੇਂ ਵੈਸਟ ਬੰਗਾਲ ਦਾ ਹੋਏ, ਤੇ ਉਹਨਾਂ ਨੂੰ ਲਿਆ ਜਾਏਗਾ। ਕੋਈ ਇਹ ਜਿਹੜਾ ਕਿ ਜਿੱਦਾਂ ਕਿ ਅਨਡਿਵਾਈਡਡ ਪੰਜਾਬ ਹਿਮਾਚਲ ਹਰਿਆਣਾ, ਜਿਹਦੀ ਮੈਂ ਕਹਿੰਦਾ ਸਭ ਤੋਂ ਵੱਡਾ ਯੋਗ, ਸਭ ਤੋਂ ਜ਼ਿਆਦਾ ਫੌਜੀ ਰਿਟਾਇਰਡ ਇੱਥੋਂ ਨੇ, ਤੇ ਇਹਨਾਂ ਨੇ ਯੋਗਦਾਨ ਪਾਇਆ ਦੇਸ਼ ਨੂੰ ਉਭਾਰਨ ਵਾਸਤੇ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸਪੋਰਟਸ 'ਚ ਦੇਖ ਲਓ, ਦੂਜੇ ਦੇਖ ਲਓ, ਅੰਦਰੂਨੀ ਸੁਰੱਖਿਆ ਵਾਸਤੇ ਵੀ ਇਹਨਾਂ ਨੂੰ ਵਰਤੇ ਨੇ, ਤੇ ਵਰਤ ਕੇ ਫਿਰ ਛੱਡ ਦੇਣਾ, ਫਿਰ ਉਹ ਤਾਂ ਕੋਈ ਗੱਲ ਬੰਦੀ ਨਹੀਂ ਨਾ। ਇਹ ਤੇ ਮੈਂ ਸਮਝਦਾ ਹਾਂ ਇੱਕ ਹੋਰ ਇੱਕ ਨੌਜਵਾਨ ਪੀੜ੍ਹੀ ਨਾਲ ਨਿਆਂ ਆ, ਬਿਕੋਜ਼ ਜਾਂ ਤਾਂ ਉਹਨਾਂ ਨੂੰ ਹੋਏ ਨਾ ਕੋਈ ਇਨਸੈਂਟਿਵ ਹੁੰਦਾ, ਜਿੱਦਾਂ ਕਿ ਹੁਣ ਜਿਹੜੇ ਭਰਤੀ ਨੇ ਫੌਜ, ਉਹ ਅੱਗੋਂ ਆਪਣੀ ਕੁਆਲੀਫਿਕੇਸ਼ਨ ਇੰਪਰੂਵ ਕਰ ਸਕਦੇ ਨੇ, ਅਫਸਰ ਬਣ ਸਕਦੇ ਨੇ, ਬਣੇ ਨੇ ਅਫਸਰ, ਬਣੀ ਜਾ ਰਹੇ ਨੇ। ਹੁਣ ਉਹ ਸਾਰੇ ਅਪਰਚੁਨਿਟੀਜ਼ ਜਾਂਦੀਆਂ ਰਹਿਣਗੀਆਂ। ਅਫਸਰਾਂ ਦੀ ਘਾਟ 9000 ਹੈ ਤਕਰੀਬਨ ਇਸ ਵੇਲੇ, ਉਹ ਤਾਂ ਸਾਰੇ ਜਾਂਦੇ ਰਹਿਣਗੇ। ਇਹ ਤਾਂ ਕਹਿੰਦੇ ਨੇ ਬਸ ਜਾਂ ਤਾਂ ਉਹ ਜਿਹੜੇ ਕਿ ਸਿਵਲ 'ਚ ਵੀ ਅਧਿਕਾਰੀ, ਇਹਨੂੰ ਪਤਾ ਲੱਗੇ ਇਹਨਾਂ ਦੀ ਪੈਨਸ਼ਨ ਘਟਾ ਦਿਓ, 60 ਸਾਲ ਤੱਕ ਨੌਕਰੀ ਕਰਦੇ ਨੇ, ਫਾਈਨੈਂਸ਼ੀਅਲ ਅਪਗ੍ਰੇਡੇਸ਼ਨ NFU ਉਹ ਮਿਲਦਾ ਇਹਨਾਂ ਨੂੰ, ਔਰ ਇਹਨਾਂ ਨੂੰ ਫਿਰ ਪੈਨਸ਼ਨ ਵੀ ਇਹਨਾਂ ਜ਼ਿਆਦਾ, ਇਹਨਾਂ ਨੂੰ ਵੀ ਦਿਓ, 4 ਸਾਲ ਵਾਸਤੇ ਭਰਤੀ ਕਰ ਲਓ, ਠੀਕ ਹੈ। ਇਹਨਾਂ ਦੀ ਪੈਨਸ਼ਨ ਘੱਟ ਹੋਏਗੀ, ਖਰਚਾ ਘੱਟ ਹੋਏਗਾ, ਆਪੇ ਹੋ ਜਾਣਗੇ। ਐਡੇ ਵੱਡੇ ਮਹਿਲ ਉਸਾਰੇ ਜਾ ਰਹੇ, ਇੰਨਾ ਕੁਝ ਖਰਚਾ ਕੀਤਾ ਜਾ ਰਿਹਾ ਕਿ ਦੇਸ਼ ਦੀ ਫੌਜ ਵਾਸਤੇ, ਦੇਸ਼ ਦੀ ਸੁਰੱਖਿਆ ਵਾਸਤੇ। ਕੱਲ੍ਹ ਨੂੰ ਅਗਰ ਕੋਈ ਐਸਾ ਖੁਦਾ ਨਖਾਸਾ ਹੋ ਗਿਆ, ਜੇ ਕੋਈ ਕਮਜ਼ੋਰ ਬਗੈਰ ਸਿਖਲਾਈ ਤੋਂ, ਪੂਰੀ ਸਿਖਲਾਈ ਤੋਂ ਕਰਨਗੇ, ਤਾਂ ਉਹ ਕੁਝ ਹੋਇਆ ਜੋ ਕਿ ਗਲਵਾਨ ਘਾਟੀ 'ਚ ਹੋਇਆ, ਉਹ
ਚਾਈਨਾ ਦੇ ਬੜੇ ਥੋੜੀ ਟ੍ਰੇਨਿੰਗ ਵਾਲੇ ਉਹਨਾਂ ਨੇ ਅੱਗੇ ਲਾਏ ਸੀ। ਉਹਨੇ ਅੱਜ ਸਰੀਏ ਫੜਾਤੇ ਤੇ ਸਾਡੀ ਸਿਖਲਾਈ ਵਾਲੇ ਜੋਸ਼ ਵਾਲੇ ਉਹ ਮੋਟੀਵੇਟਡ ਜਵਾਨਾਂ ਨੇ ਜਿਹੜੇ ਕਿ ਜੰਗੀ ਚਾਲਾਂ ਤੋਂ ਮਾਹਿਰ ਸਨ, ਉਹਨਾਂ ਨੂੰ ਖਦੇੜ ਕੇ ਉਹਨਾਂ ਦਾ ਜਾਨੀ ਨੁਕਸਾਨ ਵੀ ਹੋਇਆ, ਉਹਨਾਂ ਨੂੰ ਵਾਪਸ ਭਜਾਇਆ। ਉਹਨਾਂ ਕੋਲ ਦੋ ਕਿਸਮ ਦੇ ਨੇ, ਇੱਕ ਆਰਜ਼ੀ ਤੇ ਇੱਕ ਪੱਕੇ ਵੀ ਹੈਗੇ ਨੇ। ਤੇ ਉਹ ਤੇ ਚੀਨ ਨੂੰ ਸਬਕ ਸਿਖਾਇਆ, ਪਰ ਚੀਨ ਦੁਨੀਆ ਜੰਗੀ ਚਾਲਾਂ ਚੱਲ ਕੇ ਸਾਰੇ ਪਾਸਿਓਂ ਘੇਰਾਬੰਦੀ ਕਰਨਾ ਚਾਹੁੰਦਾ। ਨੇਪਾਲ 'ਚ ਉਹ ਆਪਣੇ ਪਿੰਡ ਵਸਾ ਰਿਹਾ, ਅਰੁਣਾਚਲ ਪ੍ਰਦੇਸ਼ ਸਾਰਾ ਮੰਗ ਰਿਹਾ ਸਭ ਕੁਝ। ਇਹ ਬਹੁਤ ਵੱਡੀਆਂ ਚੁਣੌਤੀਆਂ ਨੇ। ਇਹਨਾਂ ਵਾਸਤੇ ਇੱਕ ਡੈਡੀਕੇਟਡ ਕਮਿਟਡ ਫੋਰਸ ਚਾਹੀਦੀ ਹੈ ਜੋ ਅੱਜ ਹੈ ਉਹਨੂੰ ਮਜ਼ਬੂਤ ਕਰੋ, ਉਹਨੂੰ ਤੋੜੋ ਨਾ। ਇਹ ਤੇ ਸਿਰਫ ਇਹ ਫੌਜ ਦਾ ਸਿਆਸੀਕਰਨ ਕਰਨ 'ਚ ਲੱਗੇ ਹੋਏ ਨੇ। ਬਹੁਤ ਜਿਹੜੀਆਂ 2024 ਦੀਆਂ ਚੋਣਾਂ ਆ ਰਹੀਆਂ ਨੇ, ਇਹ ਕੀ ਉਹਦਾ ਤਾਂ ਨਹੀਂ ਲਾਹਾ ਲੈਣਾ? ਬਸ ਲਾਹਾ ਤੇ ਉਹ ਤੇ ਲੈਣਾ ਹੀ ਲੈਣਾ। ਇਹਨਾਂ ਨੇ ਲਿਆ, ਪਹਿਲੋਂ ਵੀ ਲਿਆ। ਜੇ ਸਰਜੀਕਲ ਸਟ੍ਰਾਈਕ ਕੀਤੀ ਤੇ ਫੌਜ ਨੇ ਕਰਕੇ ਦਿਖਾਈ, ਉਹਦਾ ਲਾਹਾ ਖੂਬ ਖਟਿਆ। ਇਹ ਤੇ ਸਿਰਫ ਫੌਜੀ ਲਾਹਾ ਲੈਣਾ ਚਾਹੁੰਦੇ ਨੇ। ਉਹ ਜਿਹੜਾ ਕਿ ਇਹ ਫੌਜੀ ਦੇ ਵਰਤ ਕੇ ਉਹਨਾਂ ਦਾ ਨਾਮ ਇਸਤੇਮਾਲ ਕਰਕੇ ਉਹਨਾਂ ਦੀ ਕੁਰਬਾਨੀਆਂ ਦੇ ਨਾਲ ਉਹਨਾਂ ਨੂੰ ਕਿ ਅਸੀਂ ਆਹ ਰੁਜ਼ਗਾਰ ਦਿੱਤਾ। ਕੀ ਰੁਜ਼ਗਾਰ ਨੇ? ਇਹ ਉਹਨਾਂ ਨੂੰ ਗੁੰਮਰਾਹ ਕਰ ਰਹੇ ਨੇ ਸਿਰਫ ਆਪਣੇ। ਪਰ ਜਿਵੇਂ ਕਿ ਹੁਣ ਅਗਨੀਪਥ ਯੋਜਨਾ ਦਾ ਵਿਦਰੋਹ ਵੀ ਹੋ ਰਿਹਾ, ਪੂਰਾ ਵਿਰੋਧ ਹੋ ਰਿਹਾ ਆ, ਤੇ ਫਿਰ ਇਹ ਜਿਹੜਾ ਲਾਹਾ ਲੈਣ ਦੇ ਚੱਕਰ 'ਚ ਕੀ ਇਹਨਾਂ ਨੂੰ ਉਲਟਾ ਵੀ ਪੈ ਸਕਦਾ ਹੈ? ਬਿਲਕੁਲ ਉਲਟਾ ਪੈ ਸਕਦਾ। ਜੇ ਅੱਜ ਪ੍ਰਦਰਸ਼ਨ ਹੋ ਰਹੇ ਨੇ, ਇੱਕ ਕਦੀ ਅੱਜ ਤੱਕ ਮੈਂ ਸੁਣਿਆ ਨਹੀਂ ਸੀ। ਮੇਰਾ ਇੰਨਾ ਤਜਰਬਾ, ਹੁਣ ਮੈਂ ਰਿਟਾਇਰਮੈਂਟ ਵੀ ਬੜੀ ਚਿਰ ਹੋ ਗਿਆ ਨੇ। ਮੈਂ 2 ਸਰਕਾਰਾਂ 'ਚ ਐਜ਼ HOD ਕੰਮ ਕੀਤਾ। ਯੂਪੀ 'ਚ ਵੀ ਜੋ ਮੁਲਾਇਮ ਸਿੰਘ ਡਿਫੈਂਸ ਮਿਨਿਸਟਰ ਸੀ, ਉੱਥੇ ਐਜ਼ NCC ਮੇਰਾ ਕੈਰੀਅਰ ਤੁਹਾਨੂੰ ਦੱਸਿਆ NCC ਸ਼ੁਰੂ ਹੋਇਆ। ਮੇਰਾ ਸਮਾਪਤੀ 2 ਬ੍ਰਿਗੇਡ ਕਮਾਂਡ ਕਰਨ ਤੋਂ ਬਾਅਦ ਡਿਪਟੀ ਡਾਇਰੈਕਟਰ ਜਨਰਲ NCC ਉੱਤਰ ਪ੍ਰਦੇਸ਼, ਅਨਡਿਵਾਈਡਡ ਉੱਤਰ ਪ੍ਰਦੇਸ਼ ਰਿਹਾ, ਜਿੱਥੇ 1,32,000 NCC ਕੈਡਟ ਸੀ। ਬਹੁਤ ਸਾਰੇ ਮੈਨੂੰ ਉੱਥੇ ਮੈਂ ਪੋਲੀਟੀਸ਼ੀਅਨ ਨਾਲ, ਬਹੁਤ ਸਾਰੇ ਅਫਸਰਸ਼ਾਹੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਤੇ ਫਿਰ ਮੈਂ ਇੱਥੇ ਵੀ ਹੈਡ ਆਫ ਡਿਪਾਰਟਮੈਂਟ ਰਿਹਾ ਪੰਜਾਬ 'ਚ। ਮੈਂ ਇਸ ਵਾਸਤੇ ਸਮਝਦਾ ਹਾਂ ਕਿ ਇਹ ਜਿਹੜੇ ਤੇ ਆਪਣਾ ਖੁਦ ਮੁਖਤਿਆਰ, ਆਪਣੀ ਖੁਦਗਰਜੀ ਦੇ ਮਾਲਕ ਹਾਕਮ ਹੋਣ, ਜਿਨ੍ਹਾਂ ਨੂੰ ਦਰਦ ਨਾ ਹੋਵੇ, ਉਹਨਾਂ ਨੇ ਦੇਸ਼ ਦਾ ਕਲਿਆਣ ਕਿਵੇਂ ਸੰਭਵ ਹੋਏਗਾ? ਔਰ ਕਿਵੇਂ ਉਹ ਨੌਜਵਾਨਾਂ ਨੂੰ ਉਹਨਾਂ ਦਾ ਜਜ਼ਬਾ ਪੈਦਾ ਕਰਨਗੇ? 4 ਸਾਲਾਂ ਨਾਲ ਜਜ਼ਬਾ ਪੈਦਾ ਨਹੀਂ ਹੋਣ ਵਾਲਾ। ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੋਵੇਗੀ। ਕਾਲੂ ਸਾਹਿਬ ਵੀ ਸਮਾਂ ਬਹੁਤ ਘੱਟ ਹੈ, ਪਰ ਸਵਾਲ ਬਹੁਤ ਨੇ, ਕਿਉਂਕਿ ਇਹ ਬਹੁਤ ਅਹਿਮ ਮੁੱਦਾ ਆ ਦੇਸ਼ ਦੀ ਰੱਖਿਆ ਦਾ ਤੇ ਇੱਕ ਫੌਜੀ ਦਾ। ਕਿਉਂਕਿ ਇੱਕ ਫੌਜੀ ਜਿਹੜਾ ਹੁੰਦਾ ਹੈ ਕਿ ਉਹਦੇ ਮਨ ਦੇ ਵਿੱਚ ਇੱਕ ਜੋਸ਼ ਹੁੰਦਾ ਕਿ ਉਹ ਆਪਣੇ ਦੇਸ਼ ਦੀ ਲਈ ਆਪਣੀ ਜਾਨ ਵੀ ਦੇਣ ਨੂੰ ਤਿਆਰ ਰਹਿੰਦਾ ਆ। ਅਤੇ ਮੈਂ ਆਖਰ ਦੇ ਵਿੱਚ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜਿਹੜੀਆਂ ਰੈਜੀਮੈਂਟਾਂ ਨੇ, ਜਿਨ੍ਹਾਂ ਦੇ ਵਿੱਚ ਸਿੱਖ ਰੈਜੀਮੈਂਟ ਹੋ ਗਈ, ਸਿੱਖ ਲਾਈਟ ਇਨਫੈਂਟਰੀ ਹੋ ਗਈ, ਗੋਰਖਾ ਰਾਈਫਲਸ ਹੋ ਗਈ, ਰਾਜਪੂਤ ਰੈਜੀਮੈਂਟ ਅਤੇ ਜੱਟ ਰੈਜੀਮੈਂਟ ਹੋ ਗਈ, ਉਹ ਕਿੱਥੇ ਜਾਣਗੀਆਂ? ਕਿਉਂਕਿ ਤੁਸੀਂ ਵੀ ਪਹਿਲੋਂ ਗੱਲ ਕੀਤੀ, ਰਾਜਪੂਤਾਨਾ ਦੀ ਰੈਜੀਮੈਂਟ ਦੀ ਗੱਲ ਕੀਤੀ ਹੈ। ਸੋ ਇਹ ਰੈਜੀਮੈਂਟਾਂ ਦੇ ਵਿੱਚ ਜਿਹੜੇ ਰਹੇ ਨੇ ਜਾਂ ਜਿਹੜੇ ਆਉਣਾ ਚਾਹੁੰਦੇ ਨੇ, ਇਹਨਾਂ ਰੈਜੀਮੈਂਟਾਂ ਨੂੰ ਮੁੱਖ ਰੱਖਦੇ ਹੋਏ ਉਹ ਫੌਜੀ ਭਰਾ ਜਾਂ ਨਵੀਆਂ ਭਰਤੀਆਂ ਵਾਲੇ ਉਹ ਕਿੱਥੇ ਜਾਣਗੇ? ਉਹਨਾਂ ਦੇ ਤੇ ਰਸਤੇ ਬੰਦ ਕਰਨ ਦਾ ਇਹਨਾਂ ਦਾ ਹੈਗਾ ਕਿ ਇਹ ਮਿਕਸ ਕਰ ਦਿਓ ਸਾਰੀਆਂ, ਨਾ ਜਾਟ ਵਾਲੇ ਹੋਣ। ਜਾਟ ਰੈਜੀਮੈਂਟ ਦਾ ਬਹੁਤ ਵੱਡਾ ਆਪਣਾ ਹਰ ਇੱਕ ਦਾ ਹੈਗਾ। ਡੋਗਰਾ ਲੈ ਲਓ, ਤੁਸੀਂ ਗੋਰਖਾ ਲੈ ਲਓ। ਗੋਰਖਾ ਤੇ ਦੇਖੋ ਹੁਣ ਪਿੱਛੇ ਤੱਕ ਜਿਹੜੇ ਬ੍ਰਿਟਿਸ਼ਰ ਨਾਲ ਜਿਹਨਾਂ ਜੰਗਾਂ ਲੜੀਆਂ ਨੇ, ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਗਰਾਂਟਾਂ ਦਿੰਦੇ ਨੇ, ਬੇਸ਼ੱਕ ਉਹ ਨੇਪਾਲ ਹੋਣ ਜਾਂ ਉੱਤਰਾਖੰਡ ਵੱਲ ਹੋਣ। ਤੇ ਉਹ ਤੇ ਜਜ਼ਬਾ ਰਹੇਗਾ ਨਹੀਂ, ਉਹ ਰਹਿਣ ਨਹੀਂ ਦੇਣਾ ਇਹਨਾਂ ਨੇ। ਤੇ ਫਿਰ ਉਹ ਇੰਨੀਆਂ ਜਿਹੜੀਆਂ ਪਰੰਪਰਾਵਾਂ ਨੇ, ਇੰਨਾ ਜਿਹੜਾ ਉਹ ਵੱਡਾ ਇਤਿਹਾਸ ਹੈਗਾ, ਤੇ ਉਹ ਤੇ ਬੜਾ ਹਾਲੇ ਵੀ ਇਹ ਜਜ਼ਬਾ ਕੁੱਟ ਕੇ ਭਰਿਆ। ਸਾਬਕਾ ਫੌਜੀਆਂ ਨੂੰ ਕਿਤੇ ਵੀ ਪੰਜਾਬ, ਹਿਮਾਚਲ, ਹਰਿਆਣਾ 'ਚ ਮਿਲ ਲਓ, ਉਹ ਅੱਜ ਵੀ ਦੇਸ਼ ਦੀ ਖਾਤਰ ਮੱਟ ਮਿਲਣ ਵਾਲਾ ਜਜ਼ਬਾ ਰੱਖਦੇ ਨੇ। ਤੇ ਫਿਰ ਉਹਨਾਂ ਦੀਆਂ ਕਿੱਥੇ ਆਸਾਂ ਉਮੀਦਾਂ 'ਤੇ ਪਾਣੀ ਫਿਰੇਗਾ। ਤਾਂ ਇਸ ਸਰਕਾਰ ਨੂੰ ਇਹ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜਾਂ ਘੱਟੋ ਘੱਟ 10 ਸਾਲਾਂ ਵਾਸਤੇ ਇਹਨਾਂ ਨੇ ਘੱਟੋ ਘੱਟ ਕਰਨ, ਉਸ ਤੋਂ ਬਾਅਦ ਛੋਟ ਜਾਬ ਦੇਣ। ਅਤੇ ਫਿਰ ਜਿੱਦਾਂ ਕਿ ਐਮਰਜੈਂਸੀ ਕਮਿਸ਼ਨ ਅਫਸਰਾਂ ਵਾਸਤੇ ਹੋਏ ਸੀ, ਇਹਨਾਂ ਨੂੰ ਸਿਵਲ ਦੇ ਵਿੱਚ ਇਮਤਿਹਾਨ ਵਾਸਤੇ ਵੀ ਕੁਛ ਇੱਕ ਛੋਟ ਦਿੱਤੀ ਗਈ ਸੀ ਤਾਂ ਕਿ ਸਿਵਲ ਸਰਵਿਸ ਚੱਲ ਜਾਣ। ਅਤੇ ਲੋੜ ਹੈਗੀ ਹੈ ਇਸ ਗੱਲ ਦੀ ਕਿ ਇਹ ਜਿਹੜੇ ਸਾਡੇ ਸਿਆਸੀ ਨੇਤਾ ਨੇ, ਆਪਣੇ ਬੱਚਿਆਂ ਨੂੰ ਫੌਜ ਪਹਿਲੋਂ 4 ਸਾਲਾਂ ਵਾਸਤੇ ਭੇਜਣ, ਫਿਰ ਇਹਨਾਂ ਨੂੰ ਟਿਕਟਾਂ ਦੇਣ, ਫਿਰ ਇਹਨਾਂ ਨੂੰ ਅੱਗੇ ਤੁਰਨ, ਅਤੇ ਫਿਰ ਘਪਲੇਬਾਜ਼ੀ ਵੀ ਬੰਦ ਹੋਏਗੀ, ਅਤੇ ਫਿਰ ਦੇਸ਼ ਦੀ ਕੁਝ ਕਲਿਆਣ ਵੀ ਸੰਭਵ ਹੋਏਗਾ। ਵੈਸੇ ਇਹ ਫਿਲਹਾਲ ਇਹ ਸਕੀਮ ਜਿਹੜੀ ਹੈ ਬਹੁਤ ਵੱਡੀ ਪੱਧਰ 'ਤੇ ਇਹਦਾ ਵਿਰੋਧ ਹੋ ਰਿਹਾ, ਅਤੇ ਫਿਰ ਵੀ ਸਰਕਾਰ ਚਲੋ ਮੌਕਾ ਮੰਗ ਰਹੀ ਹੈ, ਮੌਕਾ ਦੇਖ ਲੈਣ ਕੀ ਬਣਦਾ। ਕਿ ਮੌਕਾ ਤਾਂ ਮਿਲਣਾ ਚਾਹੀਦਾ। ਕੋਈ ਵੀ ਜਿਹੜੀ ਤਬਦੀਲੀ ਆਉਂਦੀ ਹੈ ਉਹਦਾ ਵਿਰੋਧ ਵੀ ਹੁੰਦਾ, ਪਰ ਇੱਥੇ ਤਾਂ ਵਿਰੋਧ ਹੀ ਵਿਰੋਧ ਹੈ।
ਬ੍ਰਿਗੇਡੀਅਰ ਸਾਹਿਬ ਵੀ ਜਿਵੇਂ ਕਿ ਕੇਂਦਰੀ ਸਿੰਘ ਸਭਾ ਦੇ ਵੱਲੋਂ ਵੀ ਜਿਹੜਾ ਕਿ ਇਸ ਗੱਲ ਦੇ ਉੱਪਰ ਚਿੰਤਾ ਪ੍ਰਗਟ ਕੀਤੀ ਗਈ ਹੈ ਅਤੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਇੱਕ ਬਹੁਤ ਜਾਣੀ ਕਿ ਮੰਦਭਾਗੀ ਗੱਲ ਹੈ, ਕਿਉਂਕਿ ਇਹਦੇ 'ਚ ਪੰਜਾਬ ਦਾ ਵੀ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਗਿਆ ਅਤੇ ਤੁਸੀਂ ਬਾਕੀ ਜਿਹੜੀਆਂ ਤੁਹਾਡੀ ਫੌਜੀ ਭਾਈਚਾਰਾ ਹੈਗਾ ਜਾਂ ਫਿਰ ਹੋਰ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਕਿ ਦੇਸ਼ ਦੇ ਹਿੱਤ ਵਿੱਚ ਕੰਮ ਕਰਦੀਆਂ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਆਲ ਇੰਡੀਆ ਡਿਫੈਂਸ ਬ੍ਰਦਰ ਰੈਕੋਗਨਾਈਜ਼ਡ ਜਥੇਬੰਦੀ ਹੈਗੀ ਹੈ। ਮੈਂ ਪਿਛਲੇ 5-6 ਮਹੀਨਿਆਂ 'ਚ ਨਵੰਬਰ ਦਸੰਬਰ ਪਿਛਲੇ ਸਾਲ ਤੋਂ ਲੈ ਕੇ ਤਕਰੀਬਨ ਮਾਰਚ ਤੱਕ ਪਿੰਡਾਂ 'ਚ ਵੀ ਘੁੰਮਦਾ ਰਿਹਾ, ਖਾਸ ਤੌਰ 'ਤੇ ਗੁਰਦਾਸਪੁਰ, ਅੰਮ੍ਰਿਤਸਰ, ਅਤੇ ਮੈਂ ਉਹਨਾਂ ਨੂੰ ਇਹੋ ਗੱਲ ਦੱਸਣਾ ਕਿ ਇਹਦਾ ਵਿਰੋਧ ਤਾਂ ਹੋ ਰਿਹਾ, ਇਹ 'ਚ ਕੋਈ ਸ਼ੱਕ ਨਹੀਂ ਪਿੰਡ ਲੈਵਲ 'ਤੇ, ਪਰ ਉਹ ਇਸ ਪੱਖੋਂ ਆਪਣੇ ਆਪ ਨੂੰ ਕਾਬਲ ਬਣਾਉਣ ਕਿ ਉਹ ਜਿਹੜੀ ਭਰਤੀ ਪ੍ਰਕਿਰਿਆ ਨੂੰ ਚਾਲੂ ਕਰਨ, ਜਿਹੜੀ ਪੱਕੀ ਭਰਤੀ ਚਾਲੂ ਕਰਨ ਵਾਸਤੇ ਆ ਜਿਹੜੇ ਨੁਮਾਇੰਦੇ ਹੁਣ ਚੁਣੇ ਨੇ, ਇਹਨਾਂ ਨੂੰ ਕਹਿਣ ਪਾਰਲੀਮੈਂਟ 'ਚ ਸਵਾਲ ਉਠਾਉਣ। ਇਹ ਮੁੱਦਾ ਕੇਂਦਰ ਸਰਕਾਰ ਦਾ ਹੈ। ਇਹ MP ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਏ, ਉੱਥੇ ਇੱਕ ਡੈਲੀਗੇਸ਼ਨ ਲੈ ਕੇ ਜਾਣ, ਮੋਦੀ ਕੋਲ ਜਾਣ, ਉਹਨਾਂ ਨੂੰ ਦੱਸਣ ਜੋ ਕੁਝ ਕਰ ਰਹੇ ਹੋ ਇਹ ਆਮ ਜਨਤਾ ਨੂੰ ਪਸੰਦ ਨਹੀਂ ਹੈਗਾ। ਔਰ ਆਮ ਜਨਤਾ ਖਾਸ ਤੌਰ 'ਤੇ ਉਹਨਾਂ ਸਟੇਟਾਂ 'ਚ ਜਿੱਥੋਂ ਕਿ ਫੌਜ ਵਾਸਤੇ ਜ਼ਿਆਦਾਤਰ ਭਰਤੀ ਹੁੰਦੇ ਨੇ, ਬਿਹਾਰ ਦੀ ਵੀ ਆਪਣੀ ਪਲਟਨ ਹੈ। ਹੁਣ ਬਿਹਾਰ 'ਚ ਤਾਂ ਬਹੁਤ ਵੱਡਾ ਪ੍ਰਦਰਸ਼ਨ ਹੋ ਰਿਹਾ, ਇਸ ਵਾਸਤੇ ਲੋੜ ਇਸ ਗੱਲ ਦੀ ਹੈਗੀ ਹੈ ਕਿ ਇਹਦੇ 'ਤੇ ਸਰਕਾਰ ਮੁੜ ਵਿਚਾਰ ਕਰੇ। ਔਰ ਸਾਡੇ ਜਿਹੜੇ MP ਨੇ, ਖਾਸ ਤੌਰ 'ਤੇ ਸਾਡੇ ਜਿਹੜੇ ਇੱਥੇ ਮੁੱਖ ਮੰਤਰੀ ਕੋਈ ਇੱਥੇ ਬਣੇ, ਉੱਥੇ ਜਾ ਕੇ ਜਾਣ। ਇਹ ਡਰਦੇ ਕਿਉਂ ਨੇ? ਉੱਥੇ ਜਾ ਕੇ ਗੱਲਬਾਤ ਕਰਨ ਕਿ ਇਹ ਗੱਲ ਗਲਤ ਕਰ ਰਹੇ ਹੋ ਤੁਸੀਂ, ਕਿ ਇਹ ਸਾਡੀ ਜਿਹੜੇ ਪਰੰਪਰਾਵਾਂ ਨੇ ਸਾਡੀਆਂ ਪਲਟਨਾਂ ਦੀਆਂ, ਉਹਨਾਂ ਨੂੰ ਕਾਇਮ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਰੈਜੀਮੈਂਟੇਸ਼ਨ ਸਪਿਰਿਟ ਕਾਇਮ ਰਹਿਣੀ ਚਾਹੀਦੀ ਹੈ, ਉਹਦੇ 'ਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ, ਭਾਵੇਂ ਉਹ ਜਾਟ ਹੋਏ, ਸਿੱਖ ਰੈਜੀਮੈਂਟ ਹੋਏ, ਪੰਜਾਬ ਰੈਜੀਮੈਂਟ ਹੋਏ, ਗੋਰਖਾ ਹੋਏ, ਡੋਗਰਾ ਹੋਏ, ਕੋਈ ਵੀ ਹੋਏ, ਉਹਨਾਂ ਦੇ ਜੰਗੀ ਨਾਅਰੇ ਉਹ ਬੁਲੰਦ ਰਹਿਣੇ ਚਾਹੀਦੇ ਨੇ, ਤਾਂ ਕਿ ਜੇ ਜੰਗ ਜਿੱਤਣੀ ਹੈ ਤੇ ਜਵਾਨਾਂ ਨੂੰ ਮੋਟੀਵੇਟ ਕਰਕੇ ਲੀਡਰਸ਼ਿਪ ਅੱਗੇ ਲੱਗ ਕੇ ਇਹ ਭਰਪੂਰ ਕਾਰਨਾਮੇ ਕਰਕੇ ਦਿਖਾਣੇ ਹੋਣਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਕੁਲਦੀਪ ਸਿੰਘ ਕਾਹਲੋਂ ਜੀ, ਕਿ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਅਗਨੀਪਥ ਯੋਜਨਾ ਦੇ ਉੱਪਰ ਜੋ ਪ੍ਰਕਿਰਿਆ ਹੈਗੀ ਤੁਸੀਂ ਉਹਨੂੰ ਬੜਾ ਸਪਸ਼ਟ ਕੀਤਾ ਹੈ ਕਿ ਸਰਕਾਰ ਨੂੰ, ਕੇਂਦਰ ਨੂੰ ਇਹਦੇ ਉੱਪਰ ਮੁੜ ਵਿਚਾਰ ਕਰਨਾ ਚਾਹੀਦਾ, ਤਾਂ ਜੋ ਨੌਜਵਾਨ ਜਿਹੜੇ ਭਰਤੀ ਲਈ ਆ ਰਹੇ ਨੇ ਉਹਨਾਂ ਦੇ ਵੀ ਮਨੋਬਲ ਜਿਹੜਾ ਕਿ ਮਜ਼ਬੂਤ ਹੋਣ ਅਤੇ ਉਹਨਾਂ ਦਾ ਜਿਹੜਾ ਕਿ ਅੱਗੇ ਦਾ ਰਸਤਾ ਵੀ ਜਿਹੜਾ ਕਿ ਖੁੱਲ੍ਹਿਆ ਰਹੇ ਅਤੇ ਦੇਸ਼ ਦੀ ਜਿਹੜੀਆਂ ਸਰਹੱਦਾਂ ਨੇ ਉਹਨਾਂ ਦੇ ਉੱਪਰ ਜਿਹੜੀ ਸੁਰੱਖਿਆ ਹੈ ਉਹ ਵੀ ਪੂਰੀ ਟਾਈਟ ਹੋਵੇ, ਪੂਰੀ ਖਿੱਚਵੀਂ ਹੋਵੇ, ਤਾਂ ਜੋ ਕਿ ਦੁਸ਼ਮਣ ਦੇਸ਼ ਵੱਲ ਤੱਕ ਨਾ ਸਕੇ। ਸੋ ਜੁੜੇ ਰਹੋ ਸਿੰਘ ਸਭਾ TV ਦੇ ਨਾਲ। ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ, ਅਤੇ ਜਲਦੀ ਅਸੀਂ ਇਸੀ ਅਗਨੀਪਥ ਯੋਜਨਾ ਦੇ ਉੱਪਰ ਦੁਬਾਰਾ ਇੱਕ ਵਾਰ ਫਿਰ ਗੱਲ ਕਰਾਂਗੇ। ਸੋ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।